ਸਾਂਝਾ ਮੁੱਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਇੱਕ ਸਾਡੇ ਸਾਹਮਣੇ ਬਹੁਤ ਹੀ ਸੰਗੀਨ ਮੁੱਦਾ ਆਇਆ। ਕਰੋਨਾ ਕਾਲ ਦੇ ਵਿੱਚ ਜਿੱਥੇ ਕਈ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਉੱਥੇ ਹੀ ਕੁਝ ਕੰਮ ਕਰ ਰਹੇ ਵਰਕਰਾਂ ਨੂੰ ਵੀ ਕੁਝ ਤੰਗੀਆਂ ਪੇਸ਼ ਆਈਆਂ ਨੇ। ਸਾਡੇ ਸਾਹਮਣੇ ਅੱਜ ਇੱਕ ਨਵਾਂ ਮਸਲਾ ਆਇਆ ਜਿਹਦੇ ਵਿੱਚ ਪੀੜਤ ਜਿਹੜਾ ਹੈਗਾ ਉਹ ਬੇਰੁਜ਼ਗਾਰ ਹੋ ਗਿਆ ਆ। ਮਸਲਾ ਸੀਗਾ ਕਿ ਉਸ ਨੂੰ ਜਿਹੜੀ ਤਨਖਾਹ ਮਿਲੀ, ਉਸ ਤਨਖਾਹ ਦੀ ਉਹਦੇ ਨਾਲ ਲੁੱਟ ਖੋਹ ਹੋ ਗਈ। ਅੰਦਰ ਦੀ ਗੱਲ ਕੀ ਹੈ ਉਹਨਾਂ ਤੋਂ ਜਾਣਾਂਗੇ, ਗੱਲਬਾਤ ਕਰਦੇ ਹਾਂ ਪੀੜਤ ਪਰਿਵਾਰ ਦੇ ਨਾਲ। ਅੱਛਾ ਭਾਈ ਦੱਸੋ, ਤੁਹਾਡੇ ਨਾਲ ਹੋਇਆ ਕੀ ਆ? ਸਰ ਮੈਂ ਗੋਲਡਨ ਟੈਂਪਲ ਟਰਾਂਸਪੋਰਟ ਦੀ ਗੱਡੀ ਚਲਾਉਣਾ, ਡਰਾਈਵਰੀ ਕਰਦਾ ਜੀ। ਸਰ ਮੈਂ ਆਪਣੇ ਕੰਮ 'ਤੇ ਗਿਆ ਸਵੇਰੇ, ਅਤੇ ਮੇਰੇ ਨਾਲ ਮੁੰਡਾ ਕੰਮ ਕਰਦਾ, ਬੱਲੀ ਉਹਦਾ ਨਾਮ ਆ ਜੀ, ਡਰਾਈਵਰ ਆ ਉਹ ਵੀ ਮੇਰੇ ਨਾਲ। ਅਤੇ ਮੈਂ ਡਰਾਈਵਰ ਰੂਮ ਦੇ ਵਿੱਚ ਬੈਠਾ ਸੀਗਾ, ਮੈਨੂੰ ਕਹਿੰਦਾ ਵੀ ਮਤਲਬ ਤੂੰ ਇੱਥੇ ਡਰਾਈਵਰ ਰੂਮ 'ਚ ਨਹੀਂ ਬੈਠਣਾ ਹੈਗਾ, ਵੀ ਤੂੰ ਬਲੂ ਡਾਰਟ ਗੱਡੀ ਚਲਾਉਣਾ, ਬਲੂ ਡਾਰਟ ਜਾ ਕੇ ਬੈਠ। ਇਹ ਕਿਉਂ ਕੀਤਾ ਉਹਨਾਂ ਨੇ? ਮਤਲਬ ਤੁਹਾਡੇ ਨਾਲ ਕੋਈ ਪਹਿਲਾਂ ਤੋਂ ਖੁੰਦਕ ਸੀਗੀ? ਕੋਈ ਖੁੰਦਕ ਨਹੀਂ ਸੀਗੀ ਜੀ, ਪਤਾ ਨਹੀਂ ਬੈਠੇ ਇੱਦਾਂ ਹੀ ਗੱਲਬਾਤ ਕਰਨ ਡਿਆ ਸੀ। ਅਤੇ ਮੈਨੂੰ ਕਹਿੰਦਾ ਤੂੰ ਇੱਥੇ ਨਹੀਂ ਡਰਾਈਵਰ ਰੂਮ 'ਚ ਨਹੀਂ ਬੈਠਣਾ, ਤੂੰ ਬਲੂ ਡਾਰਟ ਜਾ ਕੇ ਬੈਠ। ਮੈਂ ਕਿਹਾ ਯਾਰ ਮੇਰੇ ਕੋਲ 2 ਗੱਡੀਆਂ ਆ, ਮੇਰੇ ਕੋਲ ਬਲੂ ਡਾਰਟ ਵੀ ਗੱਡੀ ਆ, ਮੇਰੇ ਕੋਲ ਡਿਲੀਵਰੀ ਦੇ ਵਿੱਚ ਵੀ ਗੱਡੀ, 2 ਗੱਡੀਆਂ ਆ ਮੇਰੇ ਕੋਲ। ਅਤੇ ਇੰਨੇ ਦੇ ਵਿੱਚ ਹੀ ਮੇਰੇ ਨਾਲ ਹੱਥੋਂ ਪਾਈ ਹੋ ਪਿਆ, 3-4 ਬੰਦੇ ਸੀ ਉਹਦੇ ਨਾਲ, ਮੇਰੇ ਥੱਪੜ ਮਾਰੇ, ਹੱਥੋਂ ਪਾਈ ਹੋ ਪਿਆ। ਅਤੇ ਮੈਂ ਜਾ ਕੇ ਆਪਣੇ ਮੁਨਸ਼ੀ ਨੂੰ ਦੱਸਿਆ, ਕਪਿਲ ਕੁਮਾਰ ਨੂੰ। ਮੈਂ ਕਿਹਾ ਭਾਈ ਇੱਦਾਂ ਕਰਕੇ ਵੀ ਕਹਿੰਦੇ ਡਰਾਈਵਰ ਰੂਮ ਦੇ ਵਿੱਚ ਤੂੰ ਨਹੀਂ ਬੈਠਣਾ, ਮੇਰੇ ਕੋਲ 2 ਗੱਡੀਆਂ, ਮੈਂ ਇੱਥੇ ਜੇ ਬਹਿ ਗਿਆ ਤਾਂ ਫੇਕ ਹੀ ਹੋ ਗਿਆ ਜੀ। ਅਤੇ ਕਪਿਲ ਕਹਿੰਦਾ ਜੀ ਮੈਂ ਕੋਈ ਗੱਲ ਨਹੀਂ, ਮੈਂ ਦਬਕਾ ਮਾਰਦਾ, ਉਹ ਵੀ ਜੀ ਉਹਦਾ ਸਾਥ ਦੇ ਰਿਹਾ ਜੀ। ਅਤੇ ਚਲੋ ਉਹਨਾਂ ਨੇ ਕਹਿ ਕਹਾ ਕੇ ਗੱਲ ਰਫਾ ਦਫਾ ਕਰਾਤੀ। ਕਹਿੰਦਾ ਹੁਣ ਨਾ ਤੂੰ ਲੜੀ ਨਾ ਉਹ ਲੜੂਗਾ। ਚਲੋ ਜੀ ਠੀਕ ਆ, ਮੈਂ ਆਪਣੇ ਕੰਮ 'ਤੇ ਗੱਡੀ ਲੈ ਕੇ ਚਲਾ ਗਿਆ। ਬਾਅਦ 'ਚ ਜਦੋਂ ਮੈਂ ਘਰੇ ਚਲਾ ਗਿਆ ਆਪਣੇ, ਤੇ 10 ਵਜੇ ਮੈਨੂੰ ਫੋਨ ਆਇਆ, ਮੈਨੂੰ ਕਹਿੰਦੇ ਆ ਕੇ ਆਪਣੀ ਤਨਖਾਹ ਲੈ ਜਾ। ਕਪਿਲ ਨੇ ਮੈਨੂੰ ਫੋਨ ਕੀਤਾ। 10 ਵਜੇ ਕਿਹੜੇ, ਰਾਤ ਦੇ ਕਿ ਦਿਨ ਦੇ? ਰਾਤ ਦੇ 10 ਵਜੇ ਕਪਿਲ ਨੇ ਮੈਨੂੰ ਫੋਨ ਕੀਤਾ, ਮੁਨਸ਼ੀ ਸਾਡੇ ਨੇ, ਵੀ ਆ ਕੇ ਤੂੰ ਆਪਣੀ ਤਨਖਾਹ ਲੈ ਜਾ। ਮੈਂ ਜੀ ਰਾਤ ਦੇ 10 ਵਜੇ ਆ ਕੇ ਆਪਣੀ ਤਨਖਾਹ ਲੈਣ ਆ ਗਿਆ। ਇੱਥੇ ਡਿਲੀਵਰੀ ਆਫਿਸ ਲੰਮਾ ਪਿੰਡ ਚੌਂਕ ਦੇ ਲਾਗੇ ਆ, ਅਤੇ ਮੈਂ ਉੱਥੇ ਆਇਆ ਅਤੇ ਮੈਨੂੰ ਇਹਨਾਂ ਨੇ 9000 ਰੁਪਇਆ ਤਨਖਾਹ ਦਿੱਤੀ ਸਾਹਿਬ ਜੀ। 9000 ਤਨਖਾਹ ਦਿੱਤੀ, ਅਤੇ ਮੈਨੂੰ ਕਹਿੰਦਾ ਅੱਲਾ ਫੜ ਵੀ ਆਪਣੀ ਤਨਖਾਹ, ਅਤੇ ਤੂੰ ਜਾ। ਬਾਅਦ 'ਚੋਂ ਜੋ ਮੈਂ ਪੈਸੇ ਗਿਣਨ ਤਨਖਾਹ ਲੈ ਕੇ ਪਰਸ ਦੇ ਵਿੱਚ ਪਾਉਣ ਲੱਗਾ, ਅਤੇ ਮੈਨੂੰ ਕਹਿੰਦਾ 1 ਮਿੰਟ ਤੂੰ ਪਹਿਲਾਂ ਗਿਣ ਲਾ ਵੀ ਪੈਸਿਆਂ ਦਾ ਮਾਮਲਾ। ਮੈਂ ਕਿਹਾ ਭਾਈ ਵੀ ਤੁਸੀਂ ਦਿੱਤੇ ਆ, ਘੱਟ ਥੋੜ੍ਹਾ ਦਿੱਤੇ ਹੋਣੇ। ਕਹਿੰਦਾ ਨਹੀਂ ਫੇਰ ਵੀ ਤੂੰ ਗਿਣ ਲਾ। ਮੈਂ ਕਿਹਾ ਚਲੋ ਠੀਕ ਆ, ਤੁਸੀਂ ਕਹਿੰਦੇ ਆ। ਤਾਂ ਮੈਂ ਗਿਣਨ ਲੱਗ ਪਿਆ ਬਈ 500 ਦੇ ਨੋਟ। ਇੱਦਾਂ ਹੀ ਆ ਕੇ ਮੇਰੇ ਨਾਲ ਬੱਲੀ ਖੜ੍ਹਾ ਹੋ ਗਿਆ, ਜਿਹੜਾ ਮੇਰੇ ਨਾਲ ਸਵੇਰੇ ਲੜਿਆ ਸੀਗਾ, ਅਤੇ ਉਹਦੇ ਨਾਲ 3-4 ਬੰਦੇ ਸੀਗੇ। ਬਾਊ ਨੇ ਤਨਖਾਹ ਦਿੱਤੀ, ਮੈਂ ਘਰ ਨੂੰ ਜਾਣ ਲੱਗਾ ਤਨਖਾਹ ਲੈ ਕੇ, ਅਤੇ ਉਹ ਬੰਦੇ ਜਿਹੜੇ ਬੱਲੀ ਦੇ ਕੋਲ ਖੜ੍ਹੇ ਸੀਗੇ ਉਹ ਮੇਰੇ ਪਿੱਛੇ ਲੱਗ ਗਏ ਜੀ। 2 ਬੰਦੇ, ਉਹਨਾਂ ਕੋਲ ਹਥਿਆਰ ਵੀ ਸੀਗੇ, ਅਤੇ ਮੂੰਹ ਬੰਨੇ ਹੋਏ ਸੀਗੇ, ਅਤੇ ਆ ਕੇ ਮੇਰੇ ਪਿੱਛੇ ਆਬਾਦੀ ਦੇ ਨੇੜੇ ਆ ਕੇ, ਕਰੋਲ ਬਾਗ ਦਾ ਮੈਂ ਫਾਟਕ ਟੱਪਿਆ, ਆਬਾਦੀ ਦੇ ਨੇੜੇ ਆ ਕੇ ਉਹਨਾਂ ਨੇ ਮੋਟਰਸਾਈਕਲ ਮੇਰੇ ਅੱਗੇ ਲਾ ਲਿਆ, ਮੇਰੇ ਮੋਟਰਸਾਈਕਲ ਦੇ, ਅਤੇ ਮੇਰੇ ਕੋਲ ਖੋਹ ਕਰ ਲਈ, ਪੈਸੇ ਖੋਲੇ। ਅਤੇ ਬਾਅਦ 'ਚ ਇਹਦੀ ਕਿਤੇ ਕੰਪਲੇਂਟ ਵੀ ਦਰਜ ਕਰਾਈ ਤੁਸੀਂ? ਹਾਂਜੀ, ਇਹਦੀ ਕੰਪਲੇਂਟ ਮੈਂ ਸਵੇਰੇ ਹੀ ਮੈਂ ਜਾ ਕੇ ਕਮਿਸ਼ਨਰ ਸਾਹਿਬ ਕੋਲ ਪੇਸ਼ ਹੋਇਆ ਜੀ, ਕੰਪਲੇਂਟ ਦਰਜ ਕਰਾਈ। ਅਤੇ ਕਿਹੜੇ ਥਾਣੇ 'ਚ? ਥਾਣਾ ਰਾਮਾ ਮੰਡੀ ਜੀ, ਸੂਰੀ ਐਨਕਲੇਵ। ਅੱਛਾ, ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ? ਪੁਲਿਸ ਨੇ ਸਾਹਿਬ ਜੀ ਕੋਈ ਕਾਰਵਾਈ ਨਹੀਂ ਕੀਤੀ ਜੀ। ਉਲਟਾ ਪੁਲਿਸ ਮੈਨੂੰ ਹੀ ਇੱਦਾਂ ਕਰ ਰਹੀ ਹੈ ਜਿਵੇਂ ਕਿ ਮੈਂ ਹੀ ਚੋਰ ਹਾਂ ਜੀ। ਮੈਨੂੰ ਦਬਕੇ ਮਾਰਦੇ ਆ, ਗਾਲਾਂ ਕੱਢਦੇ ਆ। ਜਦੋਂ ਮੈਂ ਥਾਣੇ ਜਾਂਦਾ, ਪਹਿਲਾਂ ਤਾਂ 1 ਮਹੀਨਾ ਇਹਨਾਂ ਨੇ ਦਰਖਾਸਤ ਦੱਬੀ ਰੱਖੀ ਜੀ, ਰਾਮਾ ਮੰਡੀ ਥਾਣੇ ਵਾਲਿਆਂ ਨੇ। ਮੈਂ ਬੇਰੀ ਸਾਹਿਬ ਕੋਲ ਗਿਆ, ਬੇਰੀ ਸਾਹਿਬ ਉਹਨਾਂ ਨੇ ਮੇਰੀ ਕਾਫੀ ਹੈਲਪ ਕੀਤੀ। ਬੇਰੀ ਸਾਹਿਬ ਦੇ ਫੋਨ 'ਤੇ ਇਹਨਾਂ ਨੇ ਦੱਬੀ ਹੋਈ ਦਰਖਾਸਤ ਕੱਢੀ, ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਮੁਨਸ਼ੀ ਸਾਹਿਬ ਕੋਲ ਗਿਆ, ਮੈਂ ਕਿਹਾ ਸਾਹਿਬ ਜੀ ਆ ਮੇਰੀ ਦਰਖਾਸਤ ਦਾ ਨੰਬਰ ਆ, ਅਤੇ ਕਹਿੰਦੇ ਇਹ ਦਰਖਾਸਤ ਇੱਥੇ ਪਹੁੰਚੀ ਨਹੀਂ ਹੈਗੀ। ਫਿਰ ਮੈਂ ਦੁਬਾਰਾ ਬੇਰੀ ਸਾਹਿਬ ਕੋਲ ਗਿਆ, ਬੇਰੀ ਸਾਹਿਬ ਨੇ ਫ਼ੋਨ 'ਤੇ ਗੱਲ ਕੀਤੀ, ਅਤੇ ਕਹਿੰਦੇ ਜੀ ਇਹ ਦਰਖਾਸਤ ਆ ਗਈ ਹੈ, ਜਿਹੜੇ ਬੰਦੇ ਕੋਲ ਦਰਖਾਸਤ ਗਈ ਉਹਨੂੰ ਕਰੋਨਾ ਹੋਇਆ ਆ, ਵੀ ਇਹ 2-3 ਮਹੀਨੇ ਬਾਅਦ ਆਇਓ। ਮੈਂ ਕਿਹਾ ਸਾਹਿਬ ਜੀ 2-3 ਮਹੀਨੇ ਬਾਅਦ ਤਾਂ ਮੈਂ ਕਿਹਾ ਕੋਈ ਵੀ ਨਹੀਂ ਸੁਣਦਾ ਹੁੰਦਾ ਜੀ। ਅਤੇ ਫਿਰ ਦੁਬਾਰਾ ਬੇਰੀ ਸਾਹਿਬ ਕਹਿੰਦੇ ਵੀ ਕਮਿਸ਼ਨਰ ਸਾਹਿਬ ਕੋਲ ਜਾਓ ਤੁਸੀਂ। ਕਮਿਸ਼ਨਰ ਸਾਹਿਬ ਕੋਲ ਪੇਸ਼ ਹੋਏ ਸੀ, ਮੈਂ ਦੁਬਾਰਾ ਕਮਿਸ਼ਨਰ ਸਾਹਿਬ ਕੋਲ ਪੇਸ਼ ਹੋਇਆ। ਹੁਣ ਕਮਿਸ਼ਨਰ ਸਾਹਿਬ ਨੇ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਹੈ? ਕਮਿਸ਼ਨਰ ਸਾਹਿਬ ਨੇ ਤਾਂ ਬਹੁਤ ਵਧੀਆ ਸਾਡੀ ਗੱਲ ਸੁਣੀ, ਬਹੁਤ ਵਧੀਆ ਹੈਂਡਲ ਕੀਤਾ ਉਹਨਾਂ ਨੇ। ਅਤੇ ਕਮਿਸ਼ਨਰ ਸਾਹਿਬ ਕਹਿੰਦੇ ਸੀਗੇ ਵੀ ਜਾ ਕੇ ਥਾਣੇ ਜਾ ਕੇ ਤੁਸੀਂ ਗੱਲਬਾਤ ਕਰੋ। ਉਹਨਾਂ ਨੇ SHO ਨਾਲ ਰੀਡਰ ਸਾਹਿਬ ਜਿਹੜੇ ਆ ਕਮਿਸ਼ਨਰ ਸਾਹਿਬ ਦੇ, ਉਹਨਾਂ ਨੇ ਕਮਿਸ਼ਨਰ ਸਾਹਿਬ ਕਹਿੰਦੇ ਸੀ ਵੀ ਇਹਨਾਂ ਦੀ ਦਰਖਾਸਤ ਪਾਈ ਜਾਵੇ, ਦੁਬਾਰਾ ਦਰਖਾਸਤ ਦੇਵੋ। ਇਹ ਨਹੀਂ ਤੁਹਾਡੀ 1.5 ਮਹੀਨਾ ਹੋ ਗਿਆ ਨਹੀਂ ਸੁਣਵਾਈ ਹੋਈ, ਅਤੇ ਦੁਬਾਰਾ ਦਰਖਾਸਤ ਦੇ ਦਿਓ। ਅਤੇ ਉਹਨਾਂ ਦੇ ਤੁਸੀਂ ਦਰਖਾਸਤ ਦਿੱਤੀ ਹੈ? ਹਾਂਜੀ, ਹੁਣ ਦਰਖਾਸਤ ਦਿੱਤੀ ਹੈ ਜੀ। ਅਤੇ ਸਾਹਿਬ ਹੁਣੀ ਰੀਡਰ ਸਾਹਿਬ ਕਹਿੰਦੇ ਵੀ ਦਰਖਾਸਤ ਦੇਣ ਦੀ ਲੋੜ ਨਹੀਂ, ਮੈਂ ਫੋਨ 'ਤੇ ਪਹਿਲਾਂ ਇੱਕ ਵਾਰੀ SHO ਨਾਲ ਗੱਲ ਕਰ ਲੈਣਾ ਵੀ ਦਰਖਾਸਤ ਹਲੇ ਨਾ ਦੇਵੋ। ਮੈਂ ਕਿਹਾ ਚਲੋ ਠੀਕ ਹੈ ਜੀ। ਇਹਨਾਂ ਨੇ ਫੋਨ 'ਤੇ ਗੱਲ ਕੀਤੀ, ਅਤੇ ਸਾਨੂੰ ਥਾਣੇ ਬੁਲਾ ਲਿਆ ਜੀ।
ਮੇਰੇ ਨਾਲ ਸਾਹਿਬ ਜੀ ਕੋਈ ਪ੍ਰਧਾਨ ਨਹੀਂਗਾ, ਕੋਈ ਨਹੀਂ ਮੇਰੇ ਨਾਲ ਹੈਗਾ। ਤੇ ਉਹਨਾਂ ਨਾਲ ਬੰਦੇ ਆ ਜੀ, ਪੈਸੇ ਪੂਸੇ ਉਹਨਾਂ ਨੇ ਦਿੱਤੇ ਹੋਏ ਆ ਜੀ, ਬੰਦੇ ਉਹਨਾਂ ਦੇ ਨਾਲ ਆ, ਉਹਨਾਂ ਦੀ ਹੀ ਸੁਣਵਾਈ ਕਰਦੇ ਆ ਜੀ। ਮੈਂ ਥਾਣੇ ਜਾਂਦਾ, ਮੈਨੂੰ ਦਬਕੇ ਮਾਰਦੇ ਆ, ਗਾਲਾਂ ਕੱਢਦੇ ਆ ਤੇ ਗਲਤ ਰਾਜੀਨਾਮਾ ਲਿਖ ਕੇ ਮੇਰੇ ਕੋਲ ਸਾਈਨ ਕਰਵਾ ਰਹੇ ਸੀ। SHO ਸਾਹਿਬ, ਥਾਣੇਦਾਰ ਸਾਹਿਬ ਸਾਰੇ ਸੀਗੇ ਤੇ ਉਹਨਾਂ ਦੇ 15 ਬੰਦੇ ਤੇ ਮੈਂ ਇਕੱਲਾ ਆਪਣੇ ਬੱਚਿਆਂ ਨੂੰ ਲੈ ਕੇ ਪੇਸ਼ ਹੋਇਆ ਜੀ। ਤੇ ਉੱਥੇ ਉਹਨਾਂ ਨੇ ਗਲਤ ਬਿਆਨ ਲਿਖੇ ਸਾਰੇ ਜੀ, ਗਲਤ ਬਿਆਨ ਲਿਖ ਕੇ ਮੈਨੂੰ ਕਹਿੰਦੇ ਇੱਥੇ ਸਾਈਨ ਕਰ, ਨਹੀਂ ਤਾਂ ਅਸੀਂ ਤੇਰੇ 'ਤੇ ਕੇਸ ਪਾ ਦੇਵਾਂਗੇ। SHO ਸਾਹਿਬ ਕਹਿੰਦੇ। ਮੈਂ ਕਿਹਾ ਸਾਹਿਬ ਜੀ ਇਹ ਗਲਤ ਬਿਆਨ ਆ, ਮੈਂ ਇੱਥੇ ਕਿਵੇਂ ਸਾਈਨ ਕਰ ਦੇਵਾਂ ਜੀ। ਮੈਂ ਕਿਹਾ ਮੈਂ ਇੱਦਾਂ ਸਾਈਨ ਨਹੀਂ ਕਰ ਸਕਦਾ, ਤੁਸੀਂ ਮੈਨੂੰ ਕੁੱਟਮਾਰ ਕਰਨੀ ਆ, ਮੈਨੂੰ ਕੁੱਟਮਾਰ ਕਰ ਲਓ, ਮੇਰੇ ਤੁਸੀਂ ਪਟੇ ਮਾਰਨੇ ਮਾਰ ਲਓ। ਮੈਂ ਕਿਹਾ ਮੈਂ ਗਲਤ ਬਿਆਨਾਂ 'ਤੇ ਸਾਈਨ ਨਹੀਂ ਕਰਨਾ ਇੰਨੇ ਨੂੰ। ਹੁਣ ਇਹਦੇ ਰਿਗਾਰਡਿੰਗ ਤੁਸੀਂ CP ਸਾਹਿਬ ਨੂੰ ਦੱਸਿਆ ਆ? CP ਸਾਹਿਬ ਨੇ ਇੰਨੀ ਗੱਲ ਨਹੀਂ ਸੁਣੀ ਜੀ। ਉਹ ਕਹਿੰਦੇ ਵੀ ਥੋੜ੍ਹੇ ਟਾਈਮ ਦੇ ਵਿੱਚ ਹੀ ਗੱਲ ਕਰੋ, ਇੰਨੀ ਕਹਿੰਦੇ ਲੰਬੀ ਚੌੜੀ ਅਸੀਂ ਗੱਲ ਨਹੀਂ ਸੁਣਦੇ ਹੁੰਨੇ। ਦਰਖਾਸਤ ਦਿੱਤੀ ਤੁਸੀਂ ਉੱਥੇ? ਦਰਖਾਸਤ ਦੇਤੀ ਆ ਤੇ CP ਸਾਹਿਬ ਕਹਿੰਦੇ ਦੁਬਾਰਾ ਫਿਰ SHO ਨੂੰ ਮਿਲੋ। ਮੈਂ ਕਿਹਾ ਸਾਹਿਬ ਜੀ SHO ਸਾਹਿਬ ਨੂੰ ਤਾਂ ਮਿਲ ਕੇ ਆਏ, ਉਹਨਾਂ ਨੇ ਸਾਡੇ ਨਾਲ ਆਹ ਕੀਤਾ ਆ। ਉਹ ਕਹਿੰਦੇ ਨਹੀਂ ਦੁਬਾਰਾ ਫਿਰ ਤੁਸੀਂ SHO ਸਾਹਿਬ ਨੂੰ ਮਿਲੋ। ਹੁਣ ਸਾਹਿਬ ਜੀ SHO ਸਾਹਿਬ ਤਾਂ ਸੁਣਦੇ ਨਹੀਂ ਹੈਗੇ ਜੀ, ਉਹਨਾਂ ਨਾਲ ਦੀ ਗੱਲ ਕਰਦੇ ਆ, ਮੇਰੇ 'ਤੇ ਹੀ ਕੇਸ ਪਾ ਕੇ ਮੈਨੂੰ ਉਲਟਾ ਕਹਿੰਦੇ ਇਹਨੂੰ ਕੇਸ ਪਾ ਕੇ ਇਹਨੂੰ ਅੱਗੇ ਧੱਕਦੇ ਆ ਜੀ। ਮੈਂ ਕਿਹਾ ਸਾਹਿਬ ਜੀ ਜੇ ਬਾਕੀਆਂ ਨੂੰ 16,000 ਤਨਖਾਹ ਦਿੰਦੇ ਆ ਇਹ ਗੋਲਡਨ ਟੈਂਪਲ ਵਾਲੇ, ਮੈਨੂੰ 9,000 ਕਿਉਂ ਦਿੰਦੇ ਪਹਿਲਾਂ ਇਹ ਤਾਂ ਪੁੱਛੋ ਇਹਨਾਂ ਨੂੰ। ਮੈਂ ਵੀ ਉਹੀ ਗੱਡੀਆਂ ਚਲਾਨਾ ਜਿਹੜੀਆਂ ਉਹ ਚਲਾਉਂਦੇ ਆ। ਉਹਨਾਂ ਨੇ ਕੋਈ ਇੱਦਾਂ ਦੀ ਗੱਲਬਾਤ ਨਹੀਂ ਸੁਣੀ ਜੀ ਤੇ ਮੈਨੂੰ ਕੰਮ ਤੋਂ ਵੀ ਕੱਢ ਦਿੱਤਾ। ਮੇਰੇ ਬੱਚੇ ਛੋਟੇ ਛੋਟੇ ਆ, ਜੇ ਮੈਂ ਦਿਹਾੜੀ ਲਾਉਣ ਜਾਂਦਾ ਉੱਥੇ ਡਿਲੀਵਰੀ ਆਫਿਸ ਜਾ ਕੇ ਪਤਾ ਕਰ ਲਓ ਜੀ, ਮੈਨੂੰ ਦਿਹਾੜੀ ਵੀ ਨਹੀਂ ਲਾਉਣ ਦਿੰਦੇ, ਡਰਾਉਂਦੇ ਧਮਕਾਉਂਦੇ, ਮਾਰਨ ਦੀਆਂ ਧਮਕੀਆਂ ਦਿੰਦੇ। 112 ਵਾਲੇ ਰਾਤ ਨੂੰ ਮੈਨੂੰ ਘਰੇ ਛੱਡ ਕੇ ਗਏ ਜੀ। ਉਦਣ ਵੀ ਬੰਦੇ ਮੈਨੂੰ ਮਾਰਨ ਲਈ ਲੱਭਣ ਆਏ ਤੇ ਮੁਨਸ਼ੀ ਸਾਡਾ ਕੋਲ ਸੀ ਕਪਿਲ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਭਾਈ ਆ ਦੇਖ ਲਓ ਤੁਹਾਡੇ ਸਾਹਮਣੇ ਬੰਦੇ ਮੈਨੂੰ ਮਾਰਨ ਲਈ ਫਿਰ ਰਹੇ ਆ, ਤੇ ਉਹਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜੀ। ਮੈਂ 112 ਤੇ ਨੰਬਰ ਲਾਇਆ, 112 ਤੋਂ ਕਾਲ ਕੀਤੀ, 112 ਦੇ ਪੁਲਿਸ ਵਾਲੇ ਆਏ, ਉਹ ਮੈਨੂੰ ਘਰ ਛੱਡ ਕੇ ਗਏ ਜੀ। ਮੇਰੀ ਜਾਨ ਨੂੰ ਖਤਰਾ ਆ ਜੀ, ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਸੋ ਇਹ ਸੀਗਾ ਪੀੜਤ ਪਰਿਵਾਰ, ਜਿਸ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਵੀ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਹਾਲਾਂਕਿ ਇਹਨਾਂ ਨਾਲ ਧੱਕੇਸ਼ਾਹੀ ਹੋਈ ਹੈ ਜਾਂ ਨਹੀਂ ਹੋਈ ਇਹਦਾ ਪਤਾ ਵੀ ਅਸੀਂ ਲਗਾਵਾਂਗੇ, ਪੁਲਿਸ ਤੋਂ ਵੀ ਜਾਣਕਾਰੀ ਲਵਾਂਗੇ। ਪਰ ਇਹਨਾਂ ਦਾ ਪੁਰਜ਼ੋਰ ਇਹੀ ਕਹਿਣਾ ਹੈ ਕਿ ਇਹਨਾਂ ਨਾਲ ਬਹੁਤ ਜ਼ਿਆਦਾ ਧੱਕੇਸ਼ਾਹੀ ਹੋਈ ਹੈ। ਜਿਸ ਦਿਨ ਇਹਨਾਂ ਨੂੰ ਤਨਖਾਹ ਮਿਲੀ ਉਸੇ ਦਿਨ ਇਹਨਾਂ ਨਾਲ ਲੁੱਟ ਖੋਹ ਹੋ ਗਈ, ਜਿਸ ਦੇ ਰਿਗਾਰਡਿੰਗ ਇਹਨਾਂ ਨੇ ਥਾਣਾ ਰਾਮਾ ਮੰਡੀ ਵਿੱਚ ਆਪਣੀ ਦਰਖਾਸਤ ਵੀ ਦਿੱਤੀ, ਪਰ SHO ਵੱਲੋਂ ਹਜੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਮੁੜ ਇਹਨਾਂ ਨੇ CP ਸਾਹਿਬ ਵੱਲ ਦਰਖਾਸਤ ਦਿੱਤੀ, ਜਿਸ ਤੋਂ ਬਾਅਦ SHO ਦਾ ਵਤੀਰਾ ਜਿਹੜਾ ਹੈਗਾ ਇਹਨਾਂ ਵੱਲ ਰੁੱਖਾ ਹੋ ਗਿਆ ਔਰ ਇਹਨਾਂ ਨੂੰ ਹੀ ਧਮਕੀਆਂ, ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਔਰ ਇਹਨਾਂ ਦੇ ਝੂਠੇ ਬਿਆਨ ਦਰਜ ਕਰਾ ਕੇ ਇਹਨਾਂ ਤੋਂ ਸਾਈਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ 'ਤੇ ਵੀ ਆਪਾਂ ਵਧੇਰੇ ਜਾਣਕਾਰੀ ਥਾਣਾ ਰਾਮਾ ਮੰਡੀ ਤੋਂ ਲਵਾਂਗੇ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ ਸਾਂਝਾ ਮੁੱਦਾ। ਦੋਸਤੋ ਮੈਂ ਹਾਂ ਤੁਹਾਡਾ ਆਪਣਾ ਰਾਏ ਜੁਝਾਰ, ਤੁਸੀਂ ਦੇਖ ਰਹੇ ਹੋ ਹੱਕ ਸੱਚ ਦਾ ਸਾਂਝਾ ਮੁਹਾਜ, ਸਾਂਝਾ ਮੁੱਦਾ। ਥੈਂਕ ਯੂ ਸੋ ਮਚ।